जिस वेले पाकिस्तान ते हिंदुस्तान की वंड हुई है, साडा परिवार इस लपेट में आ गया। एक साडी रिश्तेदारी चो भैन सी, वो बेचारी उदों मींह बारिश बहुत हुई सी, ਉਹਦੇ ਗੋਡੇ 'ਚ ਗੋਲੀ ਲੱਗੀ, ਤੁਰਿਆ ਨਹੀਂ ਜਾਂਦਾ ਸੀ, ਉਹ ਵਿੱਚ ਉੱਥੇ ਰਹਿ ਗਈ। ਪਤਾ ਨਹੀਂ ਜਿੰਦਾ ਬਚੀ ਕਿ ਨਹੀਂ, ਸਾਨੂੰ ਨਹੀਂ ਪਤਾ। ਘਰੋਂ ਨਿਕਲਣ ਦੇ ਬਾਅਦ ਫੌਰਨ ਮੁਸਲਮਾਨ ਜਿਹੜੇ ਦੰਗਾਕਾਰੀ ਸੀਗੇ, ਉਹਨਾਂ ਨੇ ਸਾਡੇ ਘਰ 'ਤੇ ਹੱਲਾ ਬੋਲਤਾ, ਸਾਡੇ ਦਾਦਾ ਦਾਦੀ ਨੂੰ ਚੁਬਾਰੇ 'ਚੋਂ ਥੱਲੇ ਸੁੱਟ ਕੇ ਗਲੀ 'ਚ ਮਾਰ ਦਿੱਤਾ। ਬਾਅਦ ਸਾਡੇ ਘਰ ਨੂੰ ਅੱਗ ਲਗਾਤੀ ਅਤੇ ਉਹ ਸਾਰਾ ਕੁਛ ਲੁੱਟ ਪੁੱਟ ਕੇ ਲੈ ਗਏ। ਬਾਰਿਸ਼ਾਂ ਹੁੰਦੀਆਂ ਪਈਆਂ ਸੀ, ਕਾਫੀ ਚਿੱਕੜ ਬਹੁਤ ਸੀਗਾ। ਸਾਰੇ ਲੋਕ ਜਿਹੜੇ ਆ ਪੈਲੀਆਂ ਦੇ ਵਿੱਚ ਲੰਮੇ ਪੈ ਗਏ। ਉਹ ਅੱਗੋਂ ਬਲੋਚ ਮਿਲਟਰੀ ਪੈ ਗਈ, ਉਹਨਾਂ ਨੇ ਫਿਰ ਚੁਣ ਚੁਣ ਕੇ ਬੰਦੇ ਮਾਰੇ। ਇਹ ਸਾਂਝੇ ਹਿੰਦੁਸਤਾਨ ਦੇ ਵੇਲੇ ਦਾ ਪੋਸਟ ਕਾਰਡ ਹੈ, ਅੰਗਰੇਜ਼ ਦੇ ਜ਼ਮਾਨੇ ਦਾ। ਅਤੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੋਇਆ, ਮੈਂ ਪੜ੍ਹਿਆ, ਮੈਨੂੰ ਉਰਦੂ ਥੋੜ੍ਹਾ ਥੋੜ੍ਹਾ ਆਉਂਦਾ ਹੈ। ਉਹਦੇ ਵਿੱਚ ਲਿਖਿਆ ਹੋਇਆ ਵੀ ਸੁੱਖ ਸਾਂਦ ਕਿਵੇਂ ਹੈ, ਰਾਜੀ ਬਾਜੀ, ਉਹ ਤੁਹਾਡੇ ਪੁਰਾਣੇ ਦੀ ਚਿੱਠੀ ਨਹੀਂ ਆਈ ਕਦੀ, ਉਹ ਨਹੀਂ ਹੋਇਆ। ਇਸ ਤਰ੍ਹਾਂ ਦਾ ਵਿਵਰਣ ਹੈ। ਔਰ ਥੱਲੇ ਉਹਨਾਂ ਦੇ ਦਸਖਤ ਹੈ ਸਾਡੇ ਪਿਤਾ ਦੇ, ਲਾਭ ਸਿੰਘ, ਪਿੰਡ ਛਾਪਾ, 23/8/1945। ਇਹ ਸਾਰਾ ਕੁਝ ਉਰਦੂ ਵਿੱਚ ਲਿਖਿਆ ਹੋਇਆ। ਜਿਸ ਵੇਲੇ ਇਹ ਵਾਕਿਆ ਹੋਇਆ, ਸਾਡੇ ਰਿਸ਼ਤੇਦਾਰ ਵਿੱਚ ਸਾਡੇ ਮਾਮਾ ਜੀ ਸੀ, ਵੱਡੇ ਅਛਰ ਸਿੰਘ, ਅੰਮ੍ਰਿਤਸਰ ਰਹਿੰਦੇ ਸੀਗੇ, ਟੇਲਰ ਮਾਸਟਰ ਦਾ ਕੰਮ ਕਰਦੇ ਸੀ। ਉਹਨਾਂ ਨੂੰ ਪਤਾ ਲੱਗਾ, ਫਿਰ ਉਹ ਕਿਸੇ ਫੌਜੀ ਦੀ ਗੱਡੀ ਦੇ ਵਿੱਚ ਅਟਾਰੀ ਪਹੁੰਚੇ ਹੈ। ਉੱਥੇ ਆ ਕੇ ਫਿਰ ਉਹਨਾਂ ਸਾਨੂੰ ਬਾਅਦ ਵਿੱਚ 1-2 ਦਿਨ ਬਾਅਦ ਫਿਰ ਆਪਣੇ ਨਾਲ ਅੰਮ੍ਰਿਤਸਰ ਲੈ ਗਏ ਹੈ। ਇਹ ਸਾਡਾ ਦੁਖਾਂਤ ਹੈ ਉਹਨਾਂ ਦਿਨਾਂ ਦਾ। ਦੇਸ਼ ਜਿੱਥੇ ਆਜ਼ਾਦੀ ਦੇ 75 ਸਾਲ ਮਨਾ ਰਿਹਾ ਹੈ, ਦੂਸਰੇ ਪਾਸੇ 47 ਦਾ ਸੰਤਾਪ ਵੀ ਅੱਜ ਕਈ ਪਰਿਵਾਰਾਂ ਦੇ ਵਿੱਚ ਹੈ। ਉਹਨਾਂ 'ਚ ਇੱਕ ਪਰਿਵਾਰ ਹੈ ਅੰਮ੍ਰਿਤਸਰ ਦਾ, ਜਿਸ ਪਰਿਵਾਰ ਦੇ 18 ਜੀ ਉਸ ਸਾਕੇ ਦੇ ਵਿੱਚ ਮਾਰੇ ਗਏ ਸਨ। ਜਿਹੜੀ ਦੋਵੇਂ ਦੇਸ਼ਾਂ ਦੀ ਵੰਡ ਹੋਈ ਤਾਂ ਆਪਣਿਆਂ ਨੂੰ ਖੋਇਆ, ਲੇਕਿਨ ਇਸ ਪਰਿਵਾਰ ਕੋਲ ਯਾਦਾਂ ਅੱਜ ਵੀ ਜਿੰਦਾ ਨੇ। ਅੱਜ ਵੀ ਉਹ ਯਾਦ ਕਰਦੇ ਨੇ ਲਾਹੌਰ ਦੇ ਵਿੱਚ ਆਪਣੇ ਪਿੰਡ ਛਾਪਾ ਨੂੰ। ਤਾਂ ਉਹ ਕਿਤਾਬਾਂ ਨੂੰ ਲੈ ਕੇ ਬੈਠੇ ਨੇ। ਤਾਂ ਕੁਝ ਕਿਤਾਬਾਂ ਵੀ ਨੇ ਬਾਅਦ 'ਚ ਛਪੀਆਂ, ਲੇਕਿਨ ਸਭ ਤੋਂ ਇੰਪੋਰਟੈਂਟ ਹੈ ਇਹ ਰੂਲ। ਦਰਅਸਲ ਦੇਖਣ 'ਚ ਤੁਸੀਂ ਇਹਨੂੰ ਇੱਕ ਡੰਡਾ ਕਹੋਗੇ, ਲੇਕਿਨ ਇਸ ਦੀ ਜਿਹੜੀ ਵਿਆਖਿਆ ਹੈ ਉਹ ਇੱਕ ਰੂਲ ਦੇ ਨਾਲ ਕੀਤੀ ਜਾਂਦੀ ਹੈ। ਤਾਂ ਇਹਨਾਂ ਦੇ ਦਾਦਾ ਜੀ ਜਿਹੜੇ ਨੇ ਇੱਕ ਪਾਕਿਸਤਾਨ ਦੇ ਸਕੂਲ ਦੇ ਵਿੱਚ ਟੀਚਰ ਸਨ। ਤਾਂ ਉਸ ਤੋਂ ਬਾਅਦ ਜਦੋਂ ਸਾਕਾ ਹੁੰਦਾ, 18 ਲੋਕਾਂ ਦੀ ਮੌਤ ਇੱਕ ਹੀ ਪਰਿਵਾਰ ਦੇ ਵਿੱਚ ਹੁੰਦੀਆਂ ਨੇ। ਵੱਡਾ ਪਰਿਵਾਰ ਸੀ, ਉੱਥੇ ਰਹਿੰਦਾ ਸੀ। ਤਾਂ ਅੱਜ ਕੁਛ 47 ਦੇ ਸੰਤਾਪ ਦੀਆਂ ਕੁਛ ਯਾਦਾਂ ਜਿਹੜੀਆਂ ਨੇ ਅਸੀਂ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ। ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਤੁਹਾਡੀ ਉਮਰ ਉਸ ਵੇਲੇ ਦੱਸਿਆ ਜਾ ਰਿਹਾ ਕਿ 4.5 ਸਾਲ ਸੀ। ਮੇਰੀ ਉਮਰ 4.5 ਸਾਲ ਦੀ ਸੀ ਜੀ। ਮੇਰੇ ਛੋਟੇ ਬ੍ਰਦਰ ਦੀ 2.5 ਸਾਲ ਉਮਰ ਸੀ, ਔਰ ਸਾਡੀ ਮਦਰ ਦੀ ਕਰੀਬ 22 ਸਾਲ। ਜਿਸ ਵੇਲੇ ਇਹ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋਈ ਹੈ, ਸਾਡਾ ਪਰਿਵਾਰ ਇਸ ਲਪੇਟ ਵਿੱਚ ਆ ਗਿਆ। ਮੇਰੇ ਜਿਹੜੇ ਦਾਦਾ ਤੇ ਦਾਦੀ ਜੀ ਸੀਗੇ, ਆਪਣੇ ਪਿੰਡ ਦੇ ਵਿੱਚ ਹੀ ਸੀ। ਜਿਸ ਵੇਲੇ ਪਾਰਟੀਸ਼ਨ 15 ਅਗਸਤ 1947 ਦੀ ਆਜ਼ਾਦੀ ਦਿਵਸ ਆਇਆ, ਉਹਨੂੰ ਵਿਸ਼ਵਾਸ ਸੀ ਵੀ ਸਰਕਾਰਾਂ ਬਦਲ ਜਾਂਦੀਆਂ ਨੇ, ਲੋਕ ਤਾਂ ਬਦਲਦੇ ਨਹੀਂ ਹੈ। ਇਸ ਕਰਕੇ ਉਹ ਆਪਣੇ ਪੁਸ਼ਤੈਨੀ ਘਰ ਦੇ ਵਿੱਚ ਹੀ ਰਹਿਣਾ ਉਹਨਾਂ ਨੇ ਮੁਨਾਸਬ ਸਮਝਿਆ ਸੀ। ਜਿਸ ਵੇਲੇ ਰੈੱਡ ਕਲਿਫ ਕਮਿਸ਼ਨ ਦੀ ਰਿਪੋਰਟ ਜਿਹੜੀ ਹੱਦਬੰਦੀ ਦੀ ਲੇਟ ਆਈ, 17 ਨੂੰ ਆਈ, ਉਸ ਵੇਲੇ ਸਾਡਾ ਪਿੰਡ ਜਿਹੜਾ ਵਾ ਇਹ ਪਾਕਿਸਤਾਨ ਦੇ ਵਿੱਚ ਆ ਗਿਆ। ਇਸ ਤੋਂ ਪਹਿਲਾਂ ਜਿਹੜਾ ਬਟਾਲੇ ਤਹਿਸੀਲ ਦੇ ਪਿੰਡ ਹੈ ਉਹ ਪਾਕਿਸਤਾਨ ਵਿੱਚ ਆਏ ਸੀ। ਅਤੇ ਇਸ ਦੁਬਾਰਾ ਜਿਹੜੀ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਹੋਈ, ਉਹਦੇ ਵਿੱਚ ਸਾਡੇ ਵਾਲਾ ਪਿੰਡ ਪਾਕਿਸਤਾਨ 'ਚ ਆ ਗਿਆ ਅਤੇ ਬਟਾਲੇ ਵਾਲੇ ਸਾਰੇ ਹਿੰਦੁਸਤਾਨ ਵਿੱਚ ਆ ਗਏ। ਇਸੇ ਭੁਲੇਖੇ ਵਿੱਚ ਸਾਡੇ ਜਿਹੜੇ ਪਰਿਵਾਰ ਦੇ ਲੋਕ ਹੈ, ਹੋਰ ਵੀ ਸਾਡੇ ਮੈਂਬਰ ਜਿਹੜੇ ਉਹ ਮਾਰੇ ਗਏ, ਕਿਉਂਕਿ ਉੱਥੇ ਰਹਿ ਕੇ ਪਿੰਡ ਵਿੱਚ ਕਿਵੇਂ ਮਾਰਿਆ ਉਹਨਾਂ ਨੂੰ, ਕਿਸ ਦਿਨੋਂ ਦੱਸੋ? ਇਸ ਤਰ੍ਹਾਂ ਮੈਂ ਜੀ, ਦੇਖੋ ਅਨਪੋਲ ਬੈਠੇ ਆ ਵੀ ਦਿਮਾਗ ਵਿੱਚ ਇਹ ਗੱਲ ਹੈ, ਦੁਨੀਆ ਦੇ ਇਤਿਹਾਸ ਵਿੱਚ ਵਿਰਲਾ ਹੀ ਹੋਏਗਾ ਜਿਹੜੀ ਪਾਰਟੀਸ਼ਨ ਵਿੱਚ ਇੱਦਾਂ ਕਟਾ ਵੱਡੀ ਅੱਗਾਂ ਅਤੇ ਜਾਨੀ ਨੁਕਸਾਨ ਹੋਇਆ ਹੋਵੇ। ਮੈਂ ਮਿਸਾਲ ਦੇਣੀ ਚਾਹੁੰਦਾ ਵਾਂ ਵੀ ਦੇਖੋ, ਆਪਣਾ ਬਲਗਾਰੀਆ ਅਤੇ ਯੂਨਾਨ ਦੀ ਵੰਡ ਹੋਈ ਸੀ, ਉਹਦੇ ਵਿੱਚ 10 ਲੱਖ ਲੋਕਾਂ ਦਾ ਤਬਾਦਲਾ ਹੋਇਆ, ਪਰ ਇੱਕ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ। ਉਹ ਲੋਕਾਂ ਨੂੰ ਕਦੀ ਇਹ ਸਹਿਮ ਹੈ ਹੀ ਨਹੀਂ ਸੀ, ਕਿਉਂਕਿ 1929 ਵਿੱਚ ਜਦੋਂ ਬਲਗਾਰੀਆ ਦੀ ਵੰਡ ਹੋਈ ਹੈ ਅਤੇ ਲੋਕਾਂ ਦੇ ਦਿਮਾਗ ਵਿੱਚ ਇਹ ਸੀ ਵੀ ਸ਼ਾਇਦ ਇਹ ਵੀ ਉੱਦਾਂ ਦੀ ਵੰਡ ਹੋਏਗੀ। ਸਾਡੇ ਬਾਬੇ ਹਰੀ ਬੈਠੇ ਸੀ ਆਪਣੇ ਘਰ ਵਿੱਚ, ਦਾਦੀ ਸਾਡੀ, ਰੌਲਾ ਪੈ ਗਿਆ। ਸਾਡੇ ਪਿਤਾ ਜੀ
ਰੌਲੇ ਤੋਂ ਪਹਿਲਾਂ ਹੀ ਆਪਣੇ ਕਿਰਪਾਨਪੁਰੋਂ ਆਪਣੀ ਹਿਫਾਜ਼ਤ ਵਾਸਤੇ ਟਪਾਉਣ ਵਾਸਤੇ ਲਾਗਲੇ ਪਿੰਡ ਵਿੱਚ ਗਿਆ ਸੀ। ਤੇ ਜਦੋਂ ਸਾਡੇ ਪਿੰਡ ਦੇਖਿਆ ਤੇ ਮੁਸਲਮਾਨ ਜਿਹੜੇ ਸੀਗੇ ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਫੜ ਲਓ ਫੜ ਲਓ। ਸਾਡੇ ਫਾਦਰ ਨੂੰ ਸਾਡੇ ਦਾਦਾ ਨੇ ਕਿਹਾ ਵੀ ਤੁਸੀਂ ਕਾਕਾ ਜਾਓ, ਸਾਨੂੰ ਕਿਸੇ ਨੇ ਕੀ ਕਹਿਣਾ, ਸਾਡੀ ਕਿਹੜੀ ਕਿਸੇ ਨਾਲ ਦੁਸ਼ਮਣੀ ਹੈ, ਕੋਈ ਜਿਹੜਾ ਮਰਜ਼ੀ ਰਾਜ ਆ ਜਾਏਗਾ, ਅਸੀਂ ਇੱਥੇ ਰਹਿਣਾ ਆਪਣੇ ਪਿੰਡ ਹੀ। ਤੇ ਉਹ ਫਿਰ ਜਿਸ ਵੇਲੇ ਸਾਨੂੰ ਘਰੋਂ ਬਾਹਰ ਕੱਢਤਾ, ਅਸੀਂ ਰਾਤ ਨਰਵੜ ਪਿੰਡ ਲਾ ਗਈ ਹੈ। ਮੇਰਾ ਫਾਦਰ, ਮੇਰੀ ਮਦਰ ਤੇ ਅਸੀਂ 2 ਬੱਚੇ ਆ ਗਏ। ਇੱਕ ਸਾਡੀ ਰਿਸ਼ਤੇਦਾਰੀ 'ਚੋਂ ਭੈਣ ਸੀ, ਉਹ ਵਿਚਾਰੀ ਉਦੋਂ ਮੀਂਹ ਬਾਰਿਸ਼ ਬਹੁਤ ਹੋਈ ਸੀ, ਉਹਦੇ ਗੋਡੇ 'ਚ ਗੋਲੀ ਲੱਗੀ, ਤੁਰਿਆ ਨਹੀਂ ਜਾਂਦਾ ਸੀ, ਉਹ ਵਿੱਚ ਉੱਥੇ ਰਹਿ ਗਈ, ਪਤਾ ਨਹੀਂ ਜਿੰਦਾ ਬਚੀ ਕਿ ਨਹੀਂ, ਸਾਨੂੰ ਨਹੀਂ ਪਤਾ। ਸਾਡੇ ਘਰੋਂ ਨਿਕਲਣ ਦੇ ਬਾਅਦ ਫੌਰਨ ਮੁਸਲਮਾਨ ਜਿਹੜੇ ਦੰਗਾਕਾਰੀ ਸੀਗੇ ਉਹਨਾਂ ਨੇ ਸਾਡੇ ਘਰ 'ਤੇ ਹੱਲਾ ਬੋਲਤਾ, ਸਾਡੇ ਦਾਦਾ ਦਾਦੀ ਨੂੰ ਚੁਬਾਰੇ 'ਚੋਂ ਥੱਲੇ ਸੁੱਟ ਕੇ ਗਲੀ 'ਚ ਮਾਰ ਦਿੱਤਾ। ਬਾਅਦ ਸਾਡੇ ਘਰ ਨੂੰ ਅੱਗ ਲਗਾਤੀ ਤੇ ਉਹ ਸਾਰਾ ਕੁਝ ਲੁੱਟ ਪੁੱਟ ਕੇ ਲੈ ਗਏ। ਜਿਸ ਵੇਲੇ ਸਾਡੇ ਫਾਦਰ ਨੂੰ ਸਾਡੀ ਮਦਰ ਨੇ ਸਾਰੀ ਗੱਲ ਦੱਸੀ, ਜਿਸ ਵੇਲੇ ਸਾਡੇ ਫਾਦਰ ਨੂੰ ਪਤਾ ਲੱਗਾ, ਲੋਕਾਂ ਨੇ ਕਿਹਾ ਤੂੰ ਉੱਥੇ ਜਾਮੀ ਨਾ, ਬਹੁਤ ਮਾਹੌਲ ਖ਼ਰਾਬ ਹੈ, ਤੂੰ ਆਪਣੇ ਬੱਚੇ ਲੈ ਕੇ ਭੱਜ ਜਾ। ਪਰ ਫਿਰ ਵੀ ਉਹ ਵਿਚਾਰੇ ਗਏ, ਢਹਿੰਦੇ ਡਿੱਗਦੇ ਲੁਕਦੇ ਲਕਾਉਂਦੇ। ਜਦੋਂ ਪਹੁੰਚੇ ਵਾਕਈ ਉਹ ਹਕੀਕਤ ਵਿੱਚ ਸੀ, ਉਹ ਉੱਥੇ ਗਲੀ ਵਿੱਚ ਮਰੇ ਪਏ ਸੀਗੇ, ਡਿੱਗੇ ਤੇ ਘਰ ਨੂੰ ਅੱਗ ਲੱਗੀ, ਲੁੱਟਿਆ ਪੁੱਟਿਆ ਹੋ ਗਿਆ ਸੀਗਾ। ਫਿਰ ਉੱਥੋਂ ਦੇ ਜਿਹੜੇ ਉਹਨਾਂ ਦੇ ਦੋਸਤ ਪੁਰਾਣੇ ਮਿੱਤਰ ਸੀ, ਉਹਨੇ ਕਿਹਾ ਲਾਭ ਸਿੰਘ ਤੂੰ ਆਪਣਾ ਵੇਲੇ ਸਿਰ ਆਪਣੇ ਜਾ, ਇੱਥੇ ਠੀਕ ਨਹੀਂ ਹੈ ਮਾਹੌਲ। ਉਹ ਵਿਚਾਰੇ ਆ ਗਏ। ਫਿਰ ਸਾਡੇ ਜਿਸ ਵੇਲੇ ਅਸੀਂ ਅਗਲੇ ਦਿਨ ਨਰਵੜ ਪਿੰਡ ਵਿੱਚੋਂ ਰਾਤ ਕੱਟ ਕੇ ਸਾਡਾ ਜਿਹੜੇ ਹੋਰ ਵੀ ਸਾਡੇ ਨਾਲ ਦੇ ਲੋਕ ਸੀਗੇ ਉਹ ਅਟਾਰੀ ਬਾਰਡਰ ਵੱਲ ਨੂੰ ਆਉਣ ਲੱਗੇ ਤਾਂ ਉੱਥੋਂ ਰਾਹ 'ਚ ਬਲੋਚ ਮਿਲਟਰੀ ਪੈ ਗਈ। ਉਹ ਸਾਰੇ ਲੋਕ ਜਿਹੜੇ ਬਾਰਿਸ਼ਾਂ ਹੁੰਦੀਆਂ ਪਈਆਂ ਸੀ, ਕਾਫੀ ਚਿੱਕੜ ਬਹੁਤ ਸੀਗਾ, ਸਾਰੇ ਲੋਕ ਜਿਹੜੇ ਆ ਪੈਲੀਆਂ ਦੇ ਵਿੱਚ ਲੰਮੇ ਪੈ ਗਏ। ਉਹ ਅੱਗੋਂ ਬਲੋਚ ਮਿਲਟਰੀ ਪੈ ਗਈ, ਉਹਨਾਂ ਨੇ ਫਿਰ ਚੁਣ ਕੇ ਬੰਦੇ ਮਾਰੇ। ਸਾਡਾ ਫਾਦਰ ਕਾਫੀ ਜਵਾਨ ਸੀਗਾ, ਉਹਨਾਂ ਨੂੰ ਦੇਖਿਆ ਉਹਨਾਂ ਨੇ ਵੀ ਜਦੋਂ ਛਾਣਾ ਮਾਰਿਆ ਬਲੋਚ ਮਿਲਟਰੀ ਨੇ ਵੀ ਜਿਹੜੇ ਕੁਝ ਬਚ ਗਏ ਉਹਨਾਂ ਕੋਲ ਜਾ ਕੇ ਗਲਾਂ 'ਚ ਗੋਲੀ ਮਾਰੀ। ਸਾਡੇ ਫਾਦਰ ਨੂੰ ਗਲ 'ਚ ਗੋਲੀ ਮਾਰ ਕੇ ਮਾਰਿਆ। ਮੈਂ ਹਾਂਜੀ ਮੈਂ ਛੋਟਾ ਸੀਗਾ, ਸਾਡੇ ਸਾਹਮਣੇ ਮੈਂ ਵੀ ਤਾਂ ਉੱਥੇ ਸੀ, ਮੇਰੇ ਕੱਛ ਵਿੱਚ ਗੋਲੀ ਵੱਜੀ ਸੀ ਅਤੇ ਮੇਰੇ ਬ੍ਰਦਰ ਨੂੰ ਪੱਟ ਵਿੱਚ ਵੱਜੀ ਸੀ। ਸਾਡੇ ਮਾਤਾ ਦੇ 22-23 ਛਰਲਿਆਂ ਦੇ ਨਿਸ਼ਾਨ ਸੀ। ਇੱਥੇ ਆਉਣ ਤੋਂ ਬਾਅਦ ਤੁਹਾਡੇ ਪਿਤਾ ਜੀ ਨੂੰ ਮਾਰਤਾ ਮਾਰਿਆ ਜੀ। ਸਾਡੀ ਮਦਰ ਦੱਸਦੀ ਆ, ਮੈਂ ਉਹਨਾਂ ਨੂੰ ਉੱਠ ਕੇ ਕਿਹਾ ਸੀਗਾ ਵੀ ਵੀਰੋ ਸਾਰਾ ਕੁਝ ਤਾਂ ਸਾਰਾ ਟੱਬਰ ਮਾਰਦਾ, ਜੇ ਮੈਨੂੰ ਹੀ ਮਾਰ ਦਿਓ। ਉਹ ਕਹਿੰਦੇ ਉਹ ਹੱਸਦੇ ਸੀ, ਸਗੋਂ ਹੱਸਦੇ ਚਲੇ ਗਏ। ਬਾਅਦ ਵਿੱਚ ਤੇ ਬੜੀ ਔਖਿਆਈ ਨਾਲ ਉਹ ਟਰਾਂਸਫਰ ਕਰਕੇ ਕਿਸੇ ਅਣਪਛਾਤੇ ਆਦਮੀ ਨੇ ਸਾਈਕਲ 'ਤੇ ਬਿਠਾਇਆ, ਬੈਠਿਆ ਜਾਂਦਾ ਨਹੀਂ ਸੀ, ਜ਼ਖਮ ਇੰਨੇ ਸੀ, ਗੋਲੀ ਵੱਜੀ ਸੀ। ਮਦਰ ਨੂੰ ਤਾਂ ਬਹੁਤ ਜ਼ਿਆਦਾ ਸੀਗੇ, ਕਿਉਂਕਿ ਹੁਣ ਬੱਚੇ ਨੂੰ ਚੁੱਕਣਾ ਕਿਹੜਾ ਸੌਖਾ ਹੁੰਦਾ। ਇਹ ਦੁਖਾਂਤ ਜਿਹੜਾ ਮੈਨੂੰ ਦੱਸਣ ਲੱਗਾ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਹੈ। ਕਿੰਨਾ ਕੁਝ ਦੱਸਾਂ, ਕਈ ਵਾਰ ਦੱਸਿਆ ਵੈ, ਪਰ ਬਾਰ-ਬਾਰ ਜਦੋਂ ਅਸੀਂ ਦੱਸਦੇ ਹਾਂ, ਮੈਂ ਸਗੋਂ ਸਾਰਾ ਕੁਝ ਜਿਹੜੀ ਹੈ ਆਪਣੀ ਕਹਾਣੀ ਹੈ 47 ਦੀ ਵੰਡ ਕਿਉਂ ਹੋਈ, ਕਿਵੇਂ ਹੋਈ, ਕਿਸ ਕਾਰਨ ਹੋਈ, ਕੀ ਨਹੀਂ ਹੋਣਾ ਚਾਹੀਦਾ ਸੀ, ਉਹ ਸਾਰਾ ਆਪਣੇ ਕਲਮ ਦੇ ਰਾਹੀਂ ਕਿਤਾਬਾਂ ਵਿੱਚ ਲਿਖਿਆ। ਤੁਹਾਨੂੰ ਦਿਖਾ ਰਹੇ ਹਾਂ ਕਿਤਾਬਾਂ ਜਿਹੜੀਆਂ ਬਹੁਤ ਇਤਿਹਾਸਿਕ ਕਿਤਾਬਾਂ ਨੇ, ਜਿਹਦੇ ਵਿੱਚ ਕੀ ਪੰਜਾਬ ਦੀ ਉਹਨਾਂ ਘਟਨਾਵਾਂ ਦਾ ਵਿਵਰਣ ਹੋਇਆ ਹੈ, ਤਾਂ ਉਸ ਦੇ ਵਿੱਚ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਸਭ ਤੋਂ ਪਹਿਲੇ ਇਹ ਕਿਤਾਬ ਹੈ ਬੁੱਢਾ ਥੇ ਦੀ ਹੂਕ, ਤਾਂ ਤਾਂਗ ਜਨਮਾਂ ਦੀ, ਅਤੇ ਇਸ ਤੋਂ ਇਲਾਵਾ ਜਨਮ ਪਵਾਈ ਦੀ, ਤਾਂ ਉਸ ਤੋਂ ਇਲਾਵਾ ਇਹ ਕਿਤਾਬਾਂ ਨੇ। ਅਤੇ ਸਭ ਕਿਤਾਬਾਂ ਦੇ ਵਿੱਚ ਇਹਨਾਂ ਦਾ ਉਸ ਦਰਦਨਾਕ ਕਹਾਣੀ ਦਾ ਜ਼ਿਕਰ ਹੈ, ਤਾਂ ਉਹ ਵੀ ਤੁਹਾਨੂੰ ਅਸੀਂ ਕਹਾਣੀ ਸਾਂਝੀ ਕਰ ਰਹੇ। ਲੇਕਿਨ ਕੁਝ ਕਾਗਜ਼ਾਤ ਨੇ, ਇਹ ਕਾਗਜ਼ਾਤ ਸਭ ਤੋਂ ਇੰਪੋਰਟੈਂਟ ਨੇ। ਔਰ ਸਭ ਤੋਂ ਪਹਿਲਾਂ ਇੱਕ ਤੁਹਾਨੂੰ ਚਿੱਠੀ ਅਸੀਂ ਸਾਂਝੀ ਕਰਨ ਜਾ ਰਹੇ ਹਾਂ। ਤਾਂ ਇਹ ਚਿੱਠੀ ਜਿਹੜੀ ਡੇਟ ਹੈ 23/8/1945 ਦੀ ਹੈ। ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਤੱਕਨ ਆਜ਼ਾਦੀ ਦੇ ਇਤਿਹਾਸ ਤੁਸੀਂ ਬਹੁਤ ਸਾਰੇ ਕਾਗਜ਼ ਦੇਖੇ ਹੋਣਗੇ, ਲੇਕਿਨ ਸ਼ਾਇਦ ਇਸ ਤਰ੍ਹਾਂ ਦਾ ਕਾਗਜ਼ ਪਹਿਲੀ ਵਾਰ ਦੇਖਿਆ ਹੋਏਗਾ ਕਿ 23/8/1945 ਤਰੀਕ ਜਿਹੜੀ ਹੈ ਉਹ ਵੀ ਤੁਹਾਨੂੰ ਅਸੀਂ ਮੈਂਸ਼ਨ ਕਰ ਰਹੇ ਹਾਂ। ਉਰਦੂ 'ਚ ਲਿਖੀ ਚਿੱਠੀ ਹੈ, ਤਾਂ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਸੀਂ ਵੇਖ ਸਕਦੇ ਹੋ ਕਿ ਇਸ ਦੇ ਵਿੱਚ ਰੂਪਾਂਤਰਨ ਬਕਾਇਦਾ 23/8/1945, ਤਾਂ ਇਹ ਤਰੀਕ ਤੁਸੀਂ ਆਪਣੀ ਟੀਵੀ ਸਕਰੀਨ 'ਤੇ ਜਿਹੜੀ ਵੇਖ ਰਹੇ ਹੋ। ਸਰ ਇਹ ਕੀ ਚਿੱਠੀ ਹੈ ਜਿਹੜੀ ਅਸੀਂ ਦੇਖੀ ਹੈ ਜੀ? ਚਿੱਠੀ ਇਸ ਤਰ੍ਹਾਂ ਜੀ ਵੀ ਸਾਡੇ ਫਾਦਰ ਨੇ ਆਪਣੇ ਇੱਕ ਰਿਸ਼ਤੇਦਾਰ ਨੂੰ ਕਮਾਂਡ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਿਖੀ ਸੀ, ਔਰ ਉਹਦੇ ਵਿੱਚ ਉਸ ਜ਼ਮਾਨੇ 'ਚ ਖਾਤੀ ਹੁੰਦੇ ਸੀ। ਇਹ ਸਾਂਝੇ ਹਿੰਦੁਸਤਾਨ ਦੇ ਵੇਲੇ ਦਾ ਪੋਸਟ ਕਾਰਡ ਹੈ, ਅੰਗਰੇਜ਼ ਦੇ ਜ਼ਮਾਨੇ ਦਾ।
ਤੇ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੋਇਆ, ਮੈਂ ਪੜ੍ਹਿਆ, ਮੈਨੂੰ ਉਰਦੂ ਥੋੜ੍ਹਾ ਥੋੜ੍ਹਾ ਆਉਂਦਾ ਹੈ। ਉਹਦੇ ਵਿੱਚ ਲਿਖਿਆ ਹੋਇਆ ਵੀ ਸੁੱਖ ਸਾਂਦ ਕਿਵੇਂ ਹੈ, ਰਾਜੀ ਬਾਜੀ, ਉਹ ਤੁਹਾਡੇ ਫਲਾਣੇ ਦੀ ਚਿੱਠੀ ਨਹੀਂ ਆਈ ਕਦੀ, ਉਹ ਨਹੀਂ ਹੋਇਆ, ਇਸ ਤਰ੍ਹਾਂ ਦਾ ਵਿਵਰਣ ਹੈ। ਔਰ ਥੱਲੇ ਉਹਨਾਂ ਦੇ ਦਸਖਤ ਹੈ ਸਾਡੇ ਪਿਤਾ ਦੇ, ਲਾਭ ਸਿੰਘ, ਪਿੰਡ ਛਾਪਾ, 23/8/1945, ਇਹ ਸਾਰਾ ਕੁਝ ਉਰਦੂ ਵਿੱਚ ਲਿਖਿਆ ਹੋਇਆ। ਉਸ ਤੋਂ ਬਾਅਦ ਇਹ ਕਾਗਜ਼ਾਤ ਅਸੀਂ ਦੇਖ ਰਹੇ ਹਾਂ, ਇਹ ਕਾਗਜ਼ਾਤ ਕੀ ਹੈ? ਕਿਉਂਕਿ ਜਦੋਂ ਦੁਖਾਂਤ ਹੋਇਆ ਤਾਂ ਫਿਰ ਤੁਸੀਂ ਅੰਮ੍ਰਿਤਸਰ ਕਿਵੇਂ ਪਹੁੰਚੇ? ਆਪਾਂ ਉਸ ਕਹਾਣੀ ਤੇ ਦੁਬਾਰਾ ਆਉਂਦੇ ਹਾਂ ਕਿ ਸਾਈਕਲ ਦੇ ਵਿੱਚ ਤੁਸੀਂ ਆਏ ਤਾਂ ਅੰਮ੍ਰਿਤਸਰ ਕਿਵੇਂ? ਇਸ ਤਰ੍ਹਾਂ ਦਾ ਵਾਪਰਿਆ, ਉਹ ਬੜਾ ਬਹੁਤ ਹੀ ਦਰਦਨਾਕ ਹੈ, ਸ਼ਾਇਦ ਵਿਰਲਿਆਂ ਨਾਲ ਇੰਜ ਵਾਪਰਿਆ ਹੋਏਗਾ। ਜਿਸ ਵੇਲੇ ਇਹ ਸਾਰਾ ਕੁਝ ਹੋ ਵਾਪਰਿਆ, ਸਾਡੇ ਕੋਈ ਰਿਸ਼ਤੇਦਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਸਾਰੇ ਮਰ ਮੁਰ ਗਏ ਹੈ। ਇੱਕ ਬੱਚਾ ਜਿਹੜਾ ਸਾਡਾ ਛੋਟਾ ਬ੍ਰਦਰ ਸੀ, ਉਹਨੂੰ ਚੁੱਕ ਕੇ ਲੈ ਗਏ ਵੀ ਚਲੋ ਇਹ ਜ਼ਖਮੀ ਹਾਲਤ ਹੈਗਾ, ਬਚ ਗਏ, ਬਾਕੀ ਉਹ ਲੈ ਗਏ। ਮੈਂ ਤੇ ਮੇਰੀ ਮਦਰ ਜਿਹੜੇ ਰਹਿ ਗਏ। ਮਦਰ ਮੇਰੀ ਦੱਸਦੀ ਹੈ ਵੀ ਜਿਹੜਾ ਇੰਨੀ ਮਤਲਬ ਜ਼ਿਆਦਾ ਵਾਉਂਡਿੰਗ ਸੀ, ਔਰ ਮੇਰਾ ਨੇਂਗ ਦੇ ਵਿੱਚ ਨਾਲਾ ਜਿਹੜਾ ਸਲਵਾਰ ਦਾ ਉਹ ਵੀ ਟੁੱਟ ਗਿਆ ਸੀ ਗੋਲੀਆਂ ਨਾਲ। ਉਹ ਮੈਂ ਬੜੀ ਪਰੇਸ਼ਾਨ ਸੀ ਵੀ ਮੈਂ ਕਿਵੇਂ ਹੁਣ ਉੱਠਾਂ ਬਹਿਵਾਂ ਅਤੇ ਕਿਵੇਂ। ਉਹ ਕੁਦਰਤੀ ਐਸੀ ਕਿਸ ਤਰ੍ਹਾਂ ਮੌਕਾ ਮੇਲ ਬਣਿਆ ਵੀ ਇੱਕ ਫਰਿਸ਼ਤਾ ਰੂਪੀ ਬੰਦਾ ਜਿਹੜਾ ਸਾਈਕਲ 'ਤੇ ਆਉਂਦੀ ਲੰਘਿਆ, ਉਸਨੇ ਦੇਖ ਕੇ ਕਿਹਾ ਵੀ ਇਹ ਕੁੜੀ ਵਿਚਾਰੀ ਹੈ ਜ਼ਖਮੀ ਹੋਈ ਹੈ, ਬੱਚਾ ਵੀ ਕਲਪਣ ਡਿਆ, ਨਿੱਕਾ ਜਿਹਾ ਬੱਚਾ ਵਾ। ਨਹੀਂ ਉਹ ਹੈ, ਉਹ ਬਾਅਦ ਵਿੱਚ ਪਤਾ ਲੱਗਾ ਸਾਡੇ ਨਾਨਕਿਆਂ ਪਿੰਡ ਦਾ ਕੋਈ ਦੋਧੀ ਸੀ ਜਿਹੜਾ ਉਹਨਾਂ ਨੂੰ ਜਾਣਦਾ ਸੀ। ਮੋਦੇ ਪਿੰਡ ਮੇਰੇ ਨਾਨਕੇ ਆ, ਉੱਥੋਂ ਦਾ ਦੋਧੀ ਸੀ। ਔਰ ਉਹਨੇ ਫਿਰ ਜਦੋਂ ਦੇਖਿਆ ਤੇ ਜਦੋਂ ਉਹਨੇ ਕਿਹਾ, ਮੇਰੀ ਮਦਰ ਦੱਸਦੀ ਸੀ ਵੀ ਮੈਂ ਉਹਨੂੰ ਕਿਹਾ ਵੀਰ ਮੈਂ ਤੇਰੇ ਸਾਈਕਲ ਮਗਰ ਨਹੀਂ ਬੈਠਣਾ। ਉਹ ਕਹਿੰਦਾ ਭੈਣ ਮੈਂ ਤੈਨੂੰ ਭੈਣ ਕਿਹਾ ਵਾ ਅਤੇ ਭੈਣਾਂ ਵਾਂਗੂ ਹੀ ਤੈਨੂੰ ਕਹਿ ਰਿਹਾ, ਮੈਂ ਤੈਨੂੰ ਅਟਾਰੀ ਹਸਪਤਾਲ ਜਿਹੜਾ ਵਾ ਉੱਥੇ ਸਾਰਿਆਂ ਨੂੰ ਦਾਖਲ ਕਰਾ ਦਾਂਗਾ, ਉੱਥੇ ਤੇਰਾ ਇਲਾਜ ਹੋਏਗਾ। ਹਸਪਤਾਲ ਹੁੰਦਾ ਸੀ ਉਸ ਟਾਈਮ ਤੇ? ਅੰਗਰੇਜ਼ ਦਾ ਨਹੀਂ, ਉਸ ਵੇਲੇ ਤਾਂ ਅਟਾਰੀ ਹਸਪਤਾਲ, ਹਾਂ ਬਸ ਉੱਥੇ ਇਹਨਾਂ ਜਿਹੜੇ ਕੱਟ ਵੱਢ ਕਰਕੇ ਲੋਕ ਉੱਥੇ ਆ ਰਹੇ ਸੀ ਬਾਰਡਰ ਤੋਂ, ਅਤੇ ਉੱਥੇ ਉਹਨਾਂ ਨੇ ਹਸਪਤਾਲ ਬਣਾਇਆ ਹੋਇਆ ਸੀ। ਸਾਰਿਆਂ ਨੂੰ ਉੱਥੇ ਦਾਖਲ ਕਰਕੇ ਇਲਾਜ ਕਰਦੇ ਸੀ, ਕਿਉਂਕਿ ਉਹ ਅਟਾਰੀ ਜਿਹੜਾ ਹਿੰਦੁਸਤਾਨ ਵਿੱਚ ਆਇਆ ਸੀ ਅਤੇ ਵਾਹਗਾ ਪਾਕਿਸਤਾਨ ਸੀ। ਅਤੇ ਅਸੀਂ ਫਿਰ ਸਾਨੂੰ ਉਹਨਾਂ ਨੇ, ਬੀਬੀ ਸਾਡੀ ਦੱਸਦੀ ਹੈ ਵੀ ਮੈਂ ਉਹਨੂੰ ਕਿਹਾ ਵੀਰ ਮੈਂ ਤੇ ਨਾਲਾ ਕਿਵੇਂ ਬੰਨਾ। ਉਹ ਫਿਰ ਉਹਨੇ ਪਰੇ ਨੂੰ ਮੂੰਹ ਕਰਕੇ ਕਿਹਾ ਭੈਣ ਮੈਂ ਇਹ ਤਾਂ ਮੇਰੇ ਮੋਢੇ 'ਤੇ ਪਰਨਾ ਹੈਗਾ ਅਤੇ ਇਹ ਪਰਨਾ ਤੂੰ ਬੰਨ੍ਹ ਲੈ। ਅਤੇ ਫਿਰ ਉਹਨੇ ਪਰਨਾ ਬੰਨ੍ਹਿਆ ਬੀਬੀ ਸਾਡੇ ਨੇ। ਅਤੇ ਉਹ ਪਤਾ ਨਹੀਂ ਹੁਣ ਮੈਨੂੰ ਕਿਵੇਂ ਉਹਨੇ ਆਪਣੀ ਨੀਂਹ 'ਤੇ ਚੁੱਕਾ ਹੋਏਗਾ, ਮੈਨੂੰ ਨਹੀਂ ਪਤਾ। ਉਹ ਸਾਨੂੰ ਅਟਾਰੀ ਹਸਪਤਾਲ ਵਿੱਚ ਛੱਡ ਗਿਆ। ਉੱਥੋਂ ਫਿਰ ਬਾਅਦ ਵਿੱਚ ਅਟਾਰੀ ਹਸਪਤਾਲ 'ਚ ਇੱਕ ਅੱਧਾ ਦਿਨ ਬੀਤਣ ਤੋਂ ਬਾਅਦ ਜਿਸ ਵੇਲੇ ਇਹ ਵਾਕਿਆ ਹੋਇਆ, ਸਾਡੇ ਰਿਸ਼ਤੇਦਾਰ ਵਿੱਚ ਸਾਡੇ ਮਾਮਾ ਜੀ ਸੀ ਵੱਡੇ, ਅਛਰ ਸਿੰਘ, ਅੰਮ੍ਰਿਤਸਰ ਰਹਿੰਦੇ ਸੀਗੇ, ਟੇਲਰ ਮਾਸਟਰ ਦਾ ਕੰਮ ਕਰਦੇ ਸੀ। ਉਹਨਾਂ ਨੂੰ ਪਤਾ ਲੱਗਾ, ਫਿਰ ਉਹ ਕਿਸੇ ਫੌਜੀ ਦੀ ਗੱਡੀ ਦੇ ਵਿੱਚ ਅਟਾਰੀ ਪਹੁੰਚੇ ਹੈ। ਉੱਥੇ ਆ ਕੇ ਫਿਰ ਉਹਨਾਂ ਸਾਨੂੰ ਬਾਅਦ ਵਿੱਚ 1-2 ਦਿਨ ਬਾਅਦ ਫਿਰ ਆਪਣੇ ਨਾਲ ਅੰਮ੍ਰਿਤਸਰ ਲੈ ਗਏ ਹੈ। ਇਹ ਸਾਡਾ ਦੁਖਾਂਤ ਹੈ ਉਹਨਾਂ ਦਿਨਾਂ ਦਾ। ਤੇ ਇੱਕ ਇਹ ਕਾਗਜ਼ਾਤ ਉਸ ਤੋਂ ਬਾਅਦ ਇੱਕ ਨਵੀਂ ਕਹਾਣੀ ਤੁਹਾਨੂੰ ਦਿਖਾਉਣਾ ਚਾਹਾਂਗੇ ਕਿ ਇਸ ਦੁਖਾਂਤ ਤੋਂ ਬਾਅਦ ਇੱਕ ਕਹਾਣੀ ਸ਼ੁਰੂ ਹੁੰਦੀ ਹੈ, ਕਿਉਂਕਿ ਇਹਨਾਂ ਲੋਕਾਂ ਨੇ ਕਲੇਮ ਕੀਤਾ ਕਿ ਸਾਡੇ ਪਾਕਿਸਤਾਨ ਦੇ ਵਿੱਚ ਅੱਜ ਵੀ ਜਗ੍ਹਾ ਨੇ, ਤਾਂ ਸਾਨੂੰ ਉਸਦਾ ਕਲੇਮ ਦਿੱਤਾ ਜਾਵੇ। ਤਾਂ ਇਹ ਇੱਕ ਫਾਈਲ ਸਭ ਤੋਂ ਇੰਪੋਰਟੈਂਟ ਹੈ ਜਿਹੜੀ ਅੱਜ ਅਸੀਂ ਤੁਹਾਨੂੰ ਟੀਵੀ ਸਕਰੀਨ ਤੇ ਪਹਿਲੀ ਵਾਰ ਤੁਸੀਂ ਅੱਜ ਤੱਕ ਬਹੁਤ ਸਾਰੀ ਕਹਾਣੀਆਂ ਦੇਖੀਆਂ ਹੋਣਗੀਆਂ, ਸੁਣੀਆਂ ਹੋਣਗੀਆਂ, ਲੇਕਿਨ ਇਸ ਤਰ੍ਹਾਂ ਦੇ ਕਾਗਜ਼ਾਤ ਦੀ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਸ ਬਹੁਤ ਸਾਰੇ ਕਾਗਜ਼ਾਤ ਇੱਥੇ ਲੱਗੇ ਨੇ, ਕਿਉਂਕਿ ਇਹ 'ਚ ਪੜ੍ਹਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਡੇਟਾ 31/5/1955 ਦੀ ਹੈ। ਤਾਂ ਕਿਹਾ ਜਾਵੇ ਤਾਂ ਤਕਰੀਬਨ ਜਿਹੜੇ ਨੇ 60-65 ਸਾਲ ਪੁਰਾਣੇ ਕਾਗਜ਼ਾਤ ਨੇ, ਤਾਂ ਇਹਨਾਂ ਦੇ ਹਾਲਾਤ ਇਸ ਵਕਤ ਕਾਫੀ ਨਾਜ਼ੁਕ ਹੋ ਚੁੱਕੇ ਨੇ। ਤਾਂ ਕੁਝ ਉਰਦੂ 'ਚ ਬਹੁਤ ਸਾਰਾ ਰੂਪਾਂਤਰਨ ਹੈ, ਤਾਂ ਇਸ ਚੀਜ਼ ਬਾਰੇ ਅਸੀਂ ਗੱਲਬਾਤ ਜਾਰੀ ਰੱਖਾਂਗੇ। ਸਰ ਇਹ ਕੀ ਕਾਗਜ਼ਾਤ ਨੇ ਜਿਹੜੇ ਅਸੀਂ ਦੇਖ? ਇਹ ਕਾਗਜ਼ਾਤ ਇਸ ਤਰ੍ਹਾਂ ਜੀ, ਜਿਸ ਵੇਲੇ ਲੋਕ ਹਿਜਰਤ ਕਰਕੇ ਪਾਕਿਸਤਾਨ ਦੇ ਵਿੱਚੋਂ ਇੱਥੇ ਆਏ ਹੈ ਅਤੇ ਗੌਰਮੈਂਟ ਨੇ ਕਿਹਾ ਜੀ ਤੁਸੀਂ ਆਪਣੇ ਕਲੇਮ ਸਾਡੇ ਕੋਲ ਕਰੋ। ਉਹ ਹੈੱਡ ਆਫਿਸ ਉਹਨਾਂ ਦਾ ਜਲੰਧਰ ਵਿੱਚ ਸੀਗਾ। ਸਾਡੇ ਤੇ ਹੁਣ ਕੋਈ, ਅਸੀਂ ਤੇ ਛੋਟੇ ਸੀਗੇ ਬੱਚੇ, ਸਾਡੇ ਮਾਮਾ ਜੀ ਨੇ ਫਿਰ ਉਹ ਜਿੰਨਾ ਕੁ ਉਹਨਾਂ ਨੂੰ ਸਮਝ ਸੀ ਅਖਬਾਰਾਂ 'ਚ ਵੇਖ ਕੇ ਉਹਨਾਂ ਨੇ ਕਲੇਮ ਜਿਹੜਾ ਦਾਖਲ ਕੀਤਾ। ਹਾਂਜੀ, ਉਹਦੇ ਵਿੱਚ ਇੱਕ ਤਾਂ ਹੈ ਜਿਹੜੀ ਚਿੱਠੀ ਉਹਨਾਂ ਨੂੰ ਕਿਹਾ ਵੀ ਸਾਡਾ ਇਹਨਾਂ ਨੇ ਮਾਲੀਅਤ ਜਿਹੜੀ ਉੱਥੇ ਰਹਿ ਗਈ ਘਰ ਵਿੱਚ, ਇੰਨਾ ਸਾਡੇ ਜ਼ੇਵਰ ਸੀ, ਇੰਨਾ ਸਾਡਾ ਸੋਨਾ ਸੀ, ਇਹ ਉਹ ਇੱਥੇ ਬਾਹਰ ਡਿਟੇਲ ਵਿੱਚ ਲਿਖਿਆ ਹੋਇਆ। ਉਹ ਉਸੇ ਵੇਲੇ ਸਾਡੇ ਮਾਮਾ ਜੀ ਤੇ ਗੁਜ਼ਰ ਗਏ ਹੋਏ ਨੇ ਕਾਫੀ 100 ਸਾਲ ਦੀ ਉਮਰ ਤੋਂ ਬਾਅਦ। ਇਹ ਸਾਰਾ ਉਹਨਾਂ ਦੇ ਕਾਗਜ਼ ਨੇ, ਤਰੀਕਾਂ ਵੀ ਲਿਖੀਆਂ ਹੋਈਆਂ। 1952 ਕੋਈ 52 1952 ਦੀ ਤਰੀਕ ਹੈ, ਤਾਂ ਉਹ ਵੀ ਅਸੀਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ 1900, ਕਿਉਂਕਿ ਜਦੋਂ ਇਹ ਇੱਕ ਸਾਹਿਬ-ਏ-ਸਈਦ ਪਰਿਵਾਰ ਸੀ, ਤਾਂ ਜਦੋਂ ਉੱਥੋਂ ਵਾਪਸ ਆਉਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵੱਲੋਂ ਕਲੇਮ
ਜੀ ਤਾਂ 48 ਚ ਹੀ ਕਲੇਮ ਕਰ ਲਿੱਤਾ ਗਿਆ ਕਿਉਂਕਿ ਇੱਧਰ ਬਹੁਤ ਸਾਰੇ ਪੈਸਾ ਸੀ ਤਾਂ ਉੱਧਰ ਰਹਿ ਗਿਆ ਸੀ। ਤਾਂ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਕਾਗਜ਼ਾਂ ਦੇ ਵਿੱਚ ਹੀ ਤੁਹਾਨੂੰ ਅਸੀਂ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਤਾਂ ਜਿਹੜੇ ਸਰਦਾਰ ਸਾਹਿਬ ਨੇ ਉਹ ਇਸ ਦੁਖਾਂਤ ਨੂੰ ਇੱਕ ਵਿਵਰਣ ਕਰ ਰਹੇ ਨੇ। ਤਾਂ ਕਿਤਾਬਾਂ ਵੀ ਨੇ, ਤਾਂ ਉਸ ਤੋਂ ਇਲਾਵਾ ਕੁਛ ਹੋਰ ਵੀ ਐਫੀਡੇਵਿਟਸ ਵੀ ਨੇ ਜਿਹੜੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਉਸ ਵੇਲੇ ਜਿਹੜੇ ਕੀਤੇ ਗਏ ਕਲੇਮ ਜਿਹੜੀ ਲੈਟਰ ਸੀ, ਇਹ ਜਿਹੜੀ ਹੈ ਕਲੇਮ ਲੈਟਰ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਿ ਹੋਇਆ ਬਹੁਤ ਸਾਰੀਆਂ ਚੀਜ਼ਾਂ ਕਾਗਜ਼ਾਤ ਦੇ ਵਿੱਚ ਹੀ ਰਹਿ ਗਈਆਂ। ਤਾਂ ਮੁਆਵਜ਼ਾ ਦੀ ਬਜਾਏ ਜਿਹੜਾ ਸੰਤਾਪ ਸੀ ਕਿਉਂਕਿ ਉਹਦਾ ਦੁੱਖ ਬਹੁਤ ਜ਼ਿਆਦਾ ਸੀ ਕਿ ਇਸ ਵੇਲੇ ਇਹ ਜਿਹੜਾ ਕਲੇਮ ਅਸੀਂ ਐਂਟਰ ਕੀਤਾ ਉਹਦੀ ਮਿਤੀ ਸੀ 7/10/1947 7/10/1947 ਤੇ ਇਹਦਾ ਫੈਸਲਾ ਬਾਅਦ ਵਿੱਚ ਹੋਇਆ ਹੈ ਸਨ 52 ਦੇ ਵਿੱਚ। ਸਾਨੂੰ ਖਤੋ ਖਿਤਾਬ ਬਤਾਉਂਦੇ ਰਿਹਾ ਸਾਡੇ ਮਾਮਾ ਜੀ ਨੂੰ ਤੇ ਉਹ ਫਿਰ ਬਾਅਦ ਵਿੱਚ ਸ਼ਾਇਦ ਇਹ ਆਇਆ ਤੁਹਾਨੂੰ 1952 'ਚ। ਕਾਫੀ ਕੁਛ ਹੈ, ਕਾਫੀ ਇਹ 'ਚ ਵਿਵਰਨ ਹੈਗਾ। ਉਹ ਲਾਸਟ ਟਾਈਮ ਤੇ ਜਿਹੜਾ 7-8 ਸਾਲ ਦੇ ਬਾਅਦ ਇੱਕ 1200 ਰੁਪਏ ਸਾਨੂੰ ਕਲੇਮ ਮਿਲਿਆ ਇੱਕ ਪੂਰੀ ਪ੍ਰਾਪਰਟੀ ਦਾ, ਸਾਰੀ ਪੂਰੀ ਪ੍ਰਾਪਰਟੀ ਦਾ। ਉਹਦੇ ਵਿੱਚ ਉਹਨਾਂ ਨੇ ਲਿਖਿਆ ਜੀ 10% ਉਹਨਾਂ ਨੇ ਸਾਰਿਆਂ ਨੂੰ ਦਿੱਤਾ ਵਾ, ਲੇਕਿਨ ਕੋਈ ਜਿੰਨੇ ਜਾਨੀ ਨੁਕਸਾਨ ਹੈ ਉਹਦਾ ਕੋਈ ਨਹੀਂ। ਔਰ ਉਹਨਾਂ ਨੇ ਬਕਾਇਦਾ ਤੌਰ ਤੇ 1 ਰੁਪਇਆ ਮਰਲਾ ਕੇ ਪਤਾ ਨਹੀਂ ਜਗ੍ਹਾ ਦੇ ਮੁੱਲ ਆਇਆ ਇਦਾਂ ਮਰਲੇ ਜ਼ਮੀਨ ਸੀ ਤੁਹਾਡੀ ਉੱਥੇ? ਇੱਥੇ ਜ਼ਮੀਨ ਜੀ ਜਿਹੜੀ ਮੈਨੂੰ ਤਾਂ ਹੁਣ ਜਵਾਬ ਨਹੀਂ, ਇਹਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਉਰਦੂ 'ਚ ਹੈ। ਕਾਫੀ ਜ਼ਿਆਦਾ ਮੈਂ ਇਹਨੂੰ ਨਹੀਂ ਮਤਲਬ ਇੰਨਾ ਪੜ੍ਹਿਆ ਕਿਉਂਕਿ ਰਿਕਾਰਡ ਹੈ ਸਾਰਾ ਸਾਡੇ ਕੋਲ ਹੈ। ਇੰਨਾ ਹੀ ਹੈ ਵੀ ਸਾਨੂੰ ਮਿਲਿਆ ਉਹ 1200 ਕੇ 1100 ਰੁਪਇਆ ਹੈ। ਪਹਿਲਾਂ 1100 ਪਹਿਲਾਂ ਕੈਂਸਲ ਹੀ ਕਰ ਦਿੱਤਾ ਸੀ। ਸਾਡੀ ਮਦਰ ਨੂੰ ਕਹਿਣ ਆ ਕੇ ਉੱਥੇ ਜਲੰਧਰ ਪੇਸ਼ ਹੋ, ਹੁਣ ਜਿਹੜਾ ਬੰਦਾ ਜਿਹਦੇ ਕੋਲ ਕੁਛ ਹੈ ਹੀ ਨਹੀਂ ਹੈ ਕਿਸੇ ਦੇ ਆਸਰੇ 'ਤੇ ਉਹ ਜਾ ਕੇ ਕਿਰਾਏ ਤੋਂ ਵੀ ਆਤਰ ਹੁੰਦਾ। ਉਹ ਫਿਰ ਜਦੋਂ ਜਲੰਧਰ ਗਏ ਕਿਸੇ ਦੇ ਨਾਲ ਉੱਥੇ ਜਾ ਕੇ ਪੁੱਛਦੇ ਬੀਬੀ ਤੁਹਾਡੇ ਮਕਾਨ ਜਿਹੜਾ ਸੀ ਤੁਹਾਡਾ ਚੁਬਾਰਾ ਉਹ ਛੱਤਾਂ ਕਾਹਦੀਆਂ ਸੀ? ਉਹ ਕਹਿੰਦੇ ਜੀ ਬਾਲੇ ਪਏ। ਕਹਿੰਦੇ ਕਿੰਨੇ ਬਾਲੇ ਸੀ? ਉਹ ਵਿਚਾਰੇ ਰੋਣ ਲੱਗ ਪਏ। ਕਹਿੰਦੇ ਵੀਰਾ ਜੇ ਮੈਨੂੰ ਪਤਾ ਹੁੰਦਾ ਮੈਂ ਉੱਜੜ ਜਾਣਾ, ਮੈਂ ਬਾਲੇ ਗਿਣ ਲੈਂਦੀ। ਇੱਦਾਂ ਦੇ ਤੇ ਉਹ ਸਵਾਲ ਕਰਦੇ ਸੀਗੇ ਅਤੇ ਉਹ 'ਚ ਮਿਲਿਆ ਕਿ ਸਾਨੂੰ ਬਸ ਉਹ 1100-1200 ਰੁਪਇਆ ਮਿਲਿਆ। ਇਹ ਹੀ ਹੈ ਦੁੱਖ। ਨਾ ਕੋਈ ਜਾਨੀ ਨੁਕਸਾਨ ਦਾ ਮਿਲਿਆ, ਨਾ ਕੋਈ ਕਿਸੇ ਨੇ ਅੱਜ ਤੱਕ ਇਹਨੇ ਪੁੱਛਿਆ। ਮੈਂ ਹੁਣੇ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ, ਮੈਂ ਸਾਰੀ ਵਿਥਿਆ ਜਿਹੜੀ ਹੈ ਕਈ ਵਾਰੀ ਜਦੋਂ 15 ਅਗਸਤ ਆਉਂਦੀ ਤਾਂ ਦਿਲ ਇਤਨਾ ਭਰ ਆਉਂਦਾ, ਲੋਕ ਖੁਸ਼ੀਆਂ ਮਨਾਉਂਦੇ, ਅਸੀਂ ਯਾਦ ਕਰਦੇ ਰੋਂਦੇ, ਲੋਕ ਖੁਸ਼ੀਆਂ ਮਨਾਉਂਦੇ। ਅੱਜ ਵੀ ਦੇਖੋ ਹੁਣ ਜੋ 75 ਸਾਲ ਹੋ ਗਏ, ਮੇਰੀ ਉਮਰ ਹੋ ਗਈ 80। ਬਹੁਤ ਯਾਦ ਆਉਂਦੀ। ਯਾਦ ਤਾਂ ਇਹ ਆਉਂਦੀ ਸਾਡਾ ਕਸੂਰ ਕੀ ਸੀ। ਜੇ ਤਾਂ ਸਾਡਾ ਕਸੂਰ ਹੁੰਦਾ ਅਸੀਂ ਲੜਾਈ 'ਚ ਮਰਦੇ ਆਪਸ ਵਿੱਚ ਤਾਂ ਫਿਰ ਤਾਂ ਵੱਖਰੀ ਗੱਲ ਆ। ਅਸੀਂ ਤਾਂ ਪੁਰਅਮਨ ਰਹਿ ਰਹੇ ਸੀ। ਪਾਰਟੀਸ਼ਨ ਹੋ ਗਈ। ਜੇ ਸਿਆਸਤਦਾਨਾਂ ਨੇ ਸਹੀ ਫੈਸਲਾ ਹੁੰਦਾ ਅਸੀਂ ਆਪਣੇ ਘਰ ਵਿੱਚ ਰਹਿੰਦੇ, ਮੌਜਾਂ ਮਾਣਦੇ। ਸਾਨੂੰ ਪਤਾ ਹੁੰਦਾ ਦਾਦਾ ਕੀ ਹੁੰਦਾ, ਦਾਦੀ ਕੀ ਹੁੰਦੀ ਆ। ਉਹ ਸਾਨੂੰ ਤਾਂ ਇਹ ਵੀ ਨਹੀਂ ਪਤਾ ਪਿਓ ਦਾ ਪਿਆਰ ਕੀ ਹੁੰਦਾ। ਇਹ ਕਿਸ ਦਾ ਕਸੂਰ ਹੈ? ਜਦੋਂ ਅਸੀਂ ਹੁਣ ਕਿਤਾਬਾਂ ਵਿੱਚ ਪੜ੍ਹਦੇ ਹਾਂ, ਮੈਂ ਹੁਣੇ 2 ਮਿੰਟ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਬਲਗਾਰੀਆ ਅਤੇ ਯੂਨਾਨ ਦੀ ਵੰਡ ਹੋਈ, ਉਹਨਾਂ ਨੇ ਇੱਕ ਬੰਦਾ ਵੀ ਨਹੀਂ ਕਿਸੇ ਦਾ ਨੁਕਸਾਨ ਹੋਣ ਦਿੱਤਾ। 3 ਸਾਲ ਉਹ ਇੱਕ ਦੂਸਰੇ ਦਾ ਤਬਾਦਲਾ ਕਰਦੇ ਰਹੇ। ਕੀ ਇੱਥੇ ਨਹੀਂ ਹੋ ਸਕਦਾ ਸੀ? ਪਰ ਇੱਥੇ ਤੇ ਜੋ ਕਿਤਾਬਾਂ 'ਚੋਂ ਪਤਾ ਲੱਗਦਾ ਪਿਆ ਵੀ ਇੱਥੇ ਕਾਹਲੀ ਪਈ ਹੋਈ ਸੀ ਮੈਂ ਪ੍ਰਾਈਮ ਮਿਨਿਸਟਰ ਕਿਵੇਂ ਬਣਾ। ਇਸੇ ਕਰਕੇ ਹੀ ਇਹ ਧਰਮ ਦੇ ਆਧਾਰ 'ਤੇ ਵੰਡ ਹੋਈ ਜੋ ਨਹੀਂ ਹੋਣੀ ਚਾਹੀਦੀ ਸੀ। ਹੋਰ ਸਵਾਲ ਹੈ ਕਿ ਜਿਸ ਤਰ੍ਹਾਂ ਹੁਣ ਖੁਸ਼ੀਆਂ ਮਨਾਈਆਂ ਜਾ ਰਹੀਆਂ ਆਜ਼ਾਦੀ ਦੀਆਂ, ਇਹਦੇ 'ਤੇ ਕੀ ਕਹਿਣਾ ਚਾਹੋ? ਦੇਖੋ ਜੀ ਆਜ਼ਾਦੀ ਦੀਆਂ ਖੁਸ਼ੀਆਂ ਤਾਂ ਹੁਣ ਦੇਖੋ ਜੋ ਹੋਣਾ ਸੀ ਹੋ ਗਿਆ। ਜੋ ਮੇਰੀ ਸਮਝ ਬਣਦੀ ਹੈ ਦੋਵੇਂ ਦੇਸ਼ ਆਪਣੀ ਪਰਵਸਤਾ ਨੂੰ ਕਾਇਮ ਰੱਖਦੇ ਹੋਏ ਆਪਸ ਵਿੱਚ ਮਿਲਵਰਤਨ ਦੀ ਭਾਵਨਾ ਵਧਾਉਣ। ਇੱਕ ਦੂਸਰੇ ਨਾਲ ਜੰਗ ਕੋਈ ਕਿਸੇ ਦਾ ਹੱਲ ਨਹੀਂ ਹੈ, ਅਮਨ ਹੱਲ ਹੈ। ਦੋਵੇਂ ਦੇਸ਼ ਗਰੀਬੀ, ਬੇਕਾਰੀ, ਭੁੱਖਮਰੀ, ਇਨਫਲੇਸ਼ਨ ਦੇ ਨਾਲ ਜੂਝ ਰਹੇ ਆ ਔਰ ਇਹਦਾ ਹੱਲ ਇਹੋ ਹੀ ਆ ਇੱਧਰ ਤੋਂ ਵਪਾਰ ਉੱਧਰ ਨਾਲ ਵਧੇ, ਅੱਗੇ ਹੁੰਦਾ ਰਿਹਾ। ਅੰਮ੍ਰਿਤਸਰ ਜ਼ਿਲ੍ਹਾ ਖਾਸ ਕਰਕੇ ਇਹ ਕੇਂਦਰ ਹੈ। ਅਗਰ ਇਹ ਇੱਥੇ ਵਪਾਰ ਵਧੇਗਾ ਸਾਰੇ ਪੰਜਾਬੀ ਖੁਸ਼ਹਾਲ ਹੋਣਗੇ। ਤੁਹਾਡੀ ਗੱਲ ਨਾਲ ਸਹਿਮਤ ਆ। ਤਜਾਰਤ ਬਹੁਤ ਜ਼ਰੂਰੀ ਹੈ। ਕਿਸੇ ਵੀ ਅਸੀਂ ਵਿਕਸਿਤ ਦੇਸ਼ ਦੀ ਗੱਲ ਕਰੀਏ ਤਾਂ ਤਜਾਰਤ ਉੱਥੇ ਜ਼ਰੂਰ ਨਜ਼ਰ ਆਉਂਦੀ ਹੈ। ਲੇਕਿਨ ਤੁਹਾਡੇ ਜ਼ਖਮ ਕੁਛ ਅਲੱਗ ਨੇ। ਮੇਰੇ ਜ਼ਖਮ ਅਲੱਗ ਇਸ ਕਰਕੇ ਹੈ ਵੀ ਮੈਂ ਤਾਂ ਅੱਜ ਵੀ ਦੇਖੋ ਪੰਜਾਬੀ ਜਿਹੜੇ ਹਨ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਬਾਅਦ ਵਿੱਚ ਹੀ ਬੜੇ ਫਰਾਕਦਿਲੀ ਨਾਲ ਮਿਲਵਰਤਨ ਦੀ ਭਾਵਨਾ ਰੱਖਦੇ ਹੈ ਪੰਜਾਬ ਵਾਲੇ ਲੋਕ। ਮੈਂ ਉੱਧਰ
2-3 ਵਾਰੀ ਪਾਕਿਸਤਾਨ ਵਿੱਚੋਂ ਹੋ ਕੇ ਆਇਆ। ਕਦੀ ਮੌਕਾ ਮਿਲਿਆ ਆਪਣੇ ਪਿੰਡ ਜਾਣ ਦਾ? ਛਾਪਾ ਪਿੰਡ ਤੁਸੀਂ ਦੱਸਿਆ ਕਿ ਬੜਾ ਵੱਡਾ ਪਿੰਡ ਸੀਗਾ ਤੁਹਾਡਾ। ਦੱਸਣ ਲੱਗਿਆ ਜੀ, ਮੈਂ 1965 ਦੀ ਲੜਾਈ ਤੋਂ ਫੌਰਨ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਦਿਨ ਮਨਾਇਆ ਜਾ ਰਿਹਾ ਸੀ, ਸ਼੍ਰੋਮਣੀ ਕਮੇਟੀ ਦੇ ਜੱਥੇ ਨਾਲ ਮੈਂ ਨਨਕਾਣੇ ਸਾਹਿਬ ਗਿਆ ਸੀ 1969 ਦੇ ਵਿੱਚ। ਤੇ ਮੈਂ ਆਪ ਆਪਣੀ ਅੱਖੀਂ ਦੇਖਿਆ ਮੁਸਲਮਾਨ ਵੀਰ ਜਿਹੜੇ ਹੈ ਉਹ ਢੋਲ ਵਜਾ ਕੇ ਪੁੱਛ ਰਹੇ ਸੀ ਵੀ ਕੋਈ ਹਿੰਦੁਸਤਾਨ ਦੇ ਵਿੱਚੋਂ, ਕੋਈ ਪੰਜਾਬ ਦੇ ਵਿੱਚੋਂ ਸਾਡੇ ਪਿੰਡ ਦਾ ਬੰਦਾ ਆਇਆ ਹੋਵੇ, ਸਾਡੇ ਜ਼ਿਲ੍ਹੇ ਦਾ ਬੰਦਾ ਆਇਆ ਹੋਵੇ। ਉਹ ਜਦੋਂ ਮਿਲ ਜਾਂਦਾ ਖੁਦਾ ਨਖਾਸਤਾ, ਤੇ ਫਿਰ ਉਸ ਨੂੰ ਫਲਾਣੇ ਦਾ ਕੀ ਹਾਲ ਹੈ, ਫਲਾਣੇ ਦਾ ਕੀ ਹਾਲ ਹੈ। ਦੇਖੋ ਅੱਜ ਵੀ ਮਿਲਵਰਤਨ ਦੀ ਭਾਵਨਾ ਦੋਨਾਂ, ਪਰ ਉਸ ਵੇਲੇ ਤੇ ਦੋਨੋਂ ਪਾਸਿਅਤ ਦੇ ਹੀ ਨਾਚ ਖੇਡਿਆ ਗਿਆ ਸੀ ਨਾ। ਇਕੱਲੇ ਅਸੀਂ ਇੱਕ ਚੀਜ਼ ਨੂੰ ਕਲੇਮ ਨਹੀਂ ਕਰ ਸਕਦੇ ਕਿ ਦੋਨੋਂ ਪਾਸਿਓਂ ਖੇਡਿਆ ਗਿਆ ਸੀ। ਉਹਦੇ ਵਿੱਚ ਹੈ ਆਮ ਪਬਲਿਕ ਜਿਹੜੀ ਹੈ ਉਹ ਦੰਗਾਕਾਰੀ ਨਹੀਂ ਸੀ ਹੈ। ਮੁਸਲਮਾਨ ਕਮਿਊਨਿਟੀ ਵਿੱਚ, ਸਿੱਖ ਕਮਿਊਨਿਟੀ ਵਿੱਚ, ਹਿੰਦੂ ਕਮਿਊਨਿਟੀ ਵਿੱਚ ਸਾਰੇ ਲੋਕ ਇੱਕੋ ਜਿਹੇ ਨਹੀਂ ਹੈ। ਬਹੁਤ ਸਾਰੀਆਂ ਮਿਸਾਲਾਂ ਵੀ ਹੈਗੀਆਂ ਜਿਹੜੀਆਂ ਮੁਸਲਮਾਨਾਂ ਨੇ ਸਿੱਖਾਂ ਨੂੰ ਬਚਾਇਆ, ਔਰ ਕਈ ਸਿੱਖਾਂ ਨੇ ਮੁਸਲਮਾਨਾਂ ਨੂੰ ਬਚਾਇਆ ਆਪਣੀਆਂ ਜਾਨਾਂ ਨੂੰ ਹਥੇਲੀ ਤੇ ਰੱਖ ਕੇ। ਇਸ ਕਰਕੇ ਇਹ ਦੋਸ਼ ਸਾਰੇ ਧਰਮ ਦੇ ਲੋਕਾਂ ਨੂੰ ਇਸ ਤਰ੍ਹਾਂ ਬਰਾਬਰ ਨਹੀਂ ਦਿੱਤਾ ਜਾ ਸਕਦਾ। ਕੋਈ ਦੰਗਾਕਾਰੀ ਸੀ ਉਹਨਾਂ ਲੋਕਾਂ ਨੇ ਜਿਹੜਾ ਨੁਕਸਾਨ ਕੀਤਾ। ਤਾਂ ਹੁਣ ਤੁਸੀਂ 75 ਸਾਲ ਨੇ ਤੇ ਕੀ ਕਹਿਣਾ ਚਾਹੋਗੇ ਤੇ ਕਿਸ ਤਰ੍ਹਾਂ ਤੁਹਾਡੇ ਅੱਜ ਵੀ ਸੰਤਾਪ ਜਿੰਦਾ ਹੋ? ਯਾਦ ਜੇ ਕਦੀ ਆਉਂਦੀ ਹੈ ਤੇ ਕਿਸੇ ਵੇਲੇ ਤੇ ਜਿਹਦੀ ਮਾਂ ਦੀਆਂ ਗੱਲਾਂ ਯਾਦ ਆਉਂਦੀਆਂ ਤਾਂ ਦਿਲ ਰੋਂਦਾ। ਦੇਖੋ ਇਸ ਤਰ੍ਹਾਂ ਹੈ, ਇਹ ਕੁਦਰਤੀ ਗੱਲ ਹੈ। ਜਿੱਥੇ ਜਗ੍ਹਾ ਦੇ ਉੱਤੇ ਕੋਈ ਬੱਚਾ ਵੀ ਪੈਦਾ ਹੁੰਦਾ ਹੈ ਤਾਂ ਉਹਦਾ ਲਗਾਓ ਉਸ ਮਾਤਰ ਭੂਮੀ ਨਾਲ ਹੁੰਦਾ ਹੀ ਹੈ। ਜਿਸ ਤਰ੍ਹਾਂ ਕਿ ਇੱਥੇ ਮੈਂ ਇੱਕ ਆਰਟੀਕਲ ਇਹਦੇ ਵਿੱਚ ਲਿਖਿਆ, ਤਾਂਗ ਜਨਮ ਭੋਇੰ ਦੀ ਕਿਤਾਬ ਛਾਪੀ ਸੀ। ਇਹ ਪਾਕਿਸਤਾਨ ਦੇ ਵਿੱਚ ਵੀ ਗਈ ਹੈ ਤੇ ਹਿੰਦੁਸਤਾਨ ਦੇ ਵਿੱਚ ਵੀ। ਫੋਕਲਰ ਰਿਸਰਚ ਅਕੈਡਮੀ ਦੇ ਆਪਣਾ ਰਮੇਸ਼ ਯਾਦਵ ਹੋਰਾਂ ਨੇ ਇਹ ਛਾਪੀ ਸੀ। ਉਹ 'ਚ ਇਹੋ ਜ਼ਿਕਰ ਕੀਤਾ ਸੀ ਵੀ ਅੱਜ ਵੀ ਤਾਂਗ ਹੈ ਉਸ ਦੇਸ਼ ਵਿੱਚ ਜਿੱਥੋਂ ਆਪਾਂ ਉੱਜੜ ਕੇ ਆਏ ਹਾਂ, ਔਰ ਉਹਨਾਂ ਪੰਜਾਬੀ ਪਾਕਿਸਤਾਨੀ ਵੀਰਾਂ ਨੂੰ ਵੀ ਤਾਂਗ ਹੈ ਵੀ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਜਿੱਥੋਂ ਦੇ ਵੀ ਉਹ ਹੈ, ਇੱਥੇ ਆਉਣ ਦੀ ਤਾਂਗ ਹੈ। ਤਾਂ ਕਦੀ ਨਹੀਂ ਖਤਮ ਹੋ ਸਕਦੀ। ਮੈਨੂੰ ਵੀ ਤਾਂਗ ਕਦੀ ਨਹੀਂ ਖਤਮ ਹੋ ਸਕਦੀ, ਲੇਕਿਨ ਕੁਝ ਯਾਦਾਂ ਹੀ ਨੇ। ਤਾਂ ਇਹ 100 ਸਾਲ ਪੁਰਾਣਾ ਇਹਨਾਂ ਦੇ ਦਾਦਾ ਜੀ ਦਾ ਰੂਲ ਇਸ ਕਰਕੇ ਕਹਿ ਰਹੇ, ਅਸੀਂ ਇਹਨੂੰ ਡੰਡਾ ਕਹਿੰਦੇ ਹਾਂ, ਲੇਕਿਨ ਇੱਕ ਰੂਲ ਹੈ। ਔਰ ਇਹ ਸਰ ਆਪਣੇ ਕੋਲ ਰੱਖਦੇ ਨੇ। ਅਸੀਂ ਇਹਨਾਂ ਨੂੰ ਦੱਸਾਂਗੇ 80 ਸਾਲ ਦੀ ਉਮਰ ਹੈ, ਲੇਕਿਨ ਅੱਜ ਵੀ ਇਸ ਦੇ ਨਾਲ ਸੌਂਦੇ ਨੇ, ਇਹਦੇ ਨਾਲ ਹੀ ਜ਼ਿੰਦਗੀ ਕੱਢਦੇ ਨੇ, ਜਾਂਦੇ ਨੇ ਆਉਂਦੇ ਨੇ। ਪਰ ਉਹਨਾਂ ਕੋਲ ਇੱਕ ਯਾਦਗਾਰ ਚੀਜ਼ ਜਿਹੜੀ ਹੈ ਆਪਣੇ ਖਾਨਦਾਨ ਦੀ ਹੈ। ਤਾਂ ਉਹਨਾਂ ਨੇ ਕਿਹਾ ਕਿ ਸ਼ਾਇਦ ਮੈਨੂੰ ਮੇਰੇ ਜੀਵਨ ਤੋਂ ਸਭ ਤੋਂ ਜ਼ਿਆਦਾ ਪਿਆਰਾ ਇਹ ਰੂਲ ਹੈ, ਡੰਡਾ ਹੈ, ਜਿਸ ਨੂੰ ਕਿ ਮੈਂ ਆਪਣੇ ਨਾਲ ਰੱਖਦਾ ਵਾਂ। ਅਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਉਹ ਸੁਨੇਹਾ ਦੇ ਕੇ ਜਾ ਰਹੇ ਨੇ ਕਿ ਜਿੰਨੀ ਦੇਰ ਵੀ ਜੀਵਨ ਜੀਓਗੇ ਇਹਨਾਂ ਚੀਜ਼ਾਂ ਨੂੰ ਨਾਲ ਲੈ ਕੇ ਚੱਲਣਾ। ਕਿਤੇ ਨਾ ਕਿਤੇ ਸਾਡੇ ਇਤਿਹਾਸ ਨੂੰ ਦੱਸਣਗੀਆਂ, ਸਾਨੂੰ ਉਸ ਸੰਤਾਪ ਦੀ ਯਾਦ ਜ਼ਰੂਰ ਕਰਾਉਣਗੀਆਂ। ਲੇਕਿਨ ਲੱਖਾਂ ਮੌਤਾਂ ਹੋਈਆਂ, ਕਿਸੇ ਨੇ ਸੁੱਧ ਨਹੀਂ ਲਿੱਤੀ। ਅੱਜ ਠੀਕ ਹੈ ਜਸ਼ਨ ਮਨਾਏ ਜਾ ਰਹੇ ਨੇ, 75 ਸਾਲਾ ਆਜ਼ਾਦੀ ਮਹਾਉਤਸਵ ਵੀ ਮਨਾਇਆ ਜਾ ਰਿਹਾ, ਲੇਕਿਨ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਕਿ ਅੱਜ ਵੀ ਇਸ ਦੁਖਾਂਤ ਨੂੰ ਯਾਦ ਕਰਕੇ ਭਾਵੁਕ ਹੁੰਦੇ ਨੇ, ਪੁਰਾਣੀਆਂ ਗੱਲਾਂ ਯਾਦ ਕਰਦੇ ਨੇ। ਤਾਂ ਲੇਕਿਨ ਗੱਲ ਇੱਕੋ ਕਰਦੇ ਨੇ ਕਿ ਮੌਤਾਂ ਕਿਉਂ? ਮੌਤ ਕਿਸੇ ਚੀਜ਼ ਦਾ ਹੱਲ ਨਹੀਂ ਸੀ, ਸ਼ਾਂਤੀ ਨਾਲ ਵੀ ਕੀਤਾ ਜਾ ਸਕਦਾ ਸੀ। ਲੇਕਿਨ ਇਹਨਾਂ ਯਾਦਾਂ ਨੂੰ ਅੱਜ ਅਸੀਂ ਤੁਹਾਡੇ ਨਾਲ ਇਸ ਕਰਕੇ ਸਾਂਝਾ ਕੀਤਾ ਕਿ 75 ਸਾਲ ਹੋ ਗਏ ਨੇ। ਤਾਂ ਇਹਦੇ ਵਿੱਚ ਕੁਝ ਐਸਾ ਚੀਜ਼ਾਂ ਸੀ ਜਿਹੜੀਆਂ ਤੁਹਾਨੂੰ ਨਹੀਂ ਸੀ ਪਤਾ, ਉਹ ਅਸੀਂ ਇੱਕ ਵੀਡੀਓ ਰਾਹੀਂ ਤੁਹਾਡੇ ਅੱਗੇ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਕੈਮਰਾਮੈਨ ਅਜੇ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ TV, ਅੰਮ੍ਰਿਤਸਰ।